ठीक है। इसलिए संघर्ष लंबे चल सकते ने, महीनों तक चल सकते ने, पर असी सालों तक अपने किसान नूं मरदा नहीं देख सकते। असी अपने दुकानदारां नूं मरदा नहीं देख सकते, अपनी पंजाब दी इकोनॉमी नूं खराब नहीं कर सकते। सो ये टाइम बाउंड रहेगा। ठीक है जी। दूजी गल ਜਿਹੜੀ ਹੋਰ ਜਿਹੜੀ ਇੰਪੋਰਟੈਂਟ ਹੈਗੀ ਆ ਕਿ ਜੇ ਕਿਸਾਨ ਜਥੇਬੰਦੀਆਂ ਸਿਰਫ MSP ਵਾਪਸ ਲੈਣ ਦੇ ਉੱਤੇ ਸਮਝੌਤਾ ਕਰ ਲੈਂਦੀਆਂ ਨੇ ਤਾਂ ਅਸੀਂ ਉਹਨਾਂ ਦੇ ਨਾਲ ਐਗਰੀ ਨਹੀਂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਬਖੂਬੀ ਜਾਣਦੇ ਹੋ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਪੰਜਾਬ ਦੀ ਨੌਜਵਾਨੀ ਵੱਧ ਚੜ ਕੇ ਕਿਸਾਨਾਂ ਦਾ ਸਾਥ ਦੇ ਰਹੀ ਹੈ, ਪਰ ਨੌਜਵਾਨਾਂ ਵੱਲੋਂ ਕਿਸਾਨਾਂ ਦੇ ਸਾਹਮਣੇ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਤਾਂ ਹੀ ਇਹ ਸੰਘਰਸ਼ ਕਾਮਯਾਬ ਹੋ ਸਕਦਾ ਹੈ ਜੇਕਰ ਇਹ ਸੰਘਰਸ਼ ਇੱਕ ਟਾਈਮ ਬਾਉਂਡ ਦੇ ਤਹਿਤ ਪੂਰਾ ਕੀਤਾ ਜਾਵੇ। ਦੂਸਰੀ ਸ਼ਰਤ ਇਹ ਹੈ ਕਿ ਅਗਰ ਕੇਂਦਰ MSP ਵਾਪਸ ਵੀ ਲੈ ਲੈਂਦਾ ਉਸ ਤੋਂ ਬਾਅਦ ਵੀ ਅਗਰ ਕਿਸਾਨ ਮੰਨ ਜਾਂਦੇ ਨੇ ਤਾਂ ਵੀ ਨੌਜਵਾਨ ਨਹੀਂ ਮੰਨਣਗੇ, ਕਿਉਂਕਿ ਇਹਨਾਂ ਬਿੱਲਾਂ ਦੇ ਵਿੱਚ ਜੋ ਕਾਲਾ ਬਾਜ਼ਾਰੀ ਹੈ, ਜੋ ਕਾਲੀ ਸੱਚਾਈ ਹੈ, ਉਹ ਅੱਧੇ ਨਾਲੋਂ ਵੱਧ ਕਿਸਾਨਾਂ ਨੂੰ ਇਸ ਦਾ ਗਿਆਨ ਹੀ ਨਹੀਂ, ਪਤਾ ਹੀ ਨਹੀਂ ਕਿ ਆਖਿਰ ਕੇਂਦਰ ਸਰਕਾਰ ਕਿਹੜੀਆਂ ਗੰਦੀਆਂ ਤੇ ਕੋਝੀਆਂ ਚਾਲਾਂ ਚੱਲ ਕੇ ਸਾਨੂੰ ਬੇਵਕੂਫ ਬਣਾ ਰਹੀ ਹੈ, ਸਾਨੂੰ ਆਪਣੀਆਂ ਜ਼ਮੀਨਾਂ ਤੋਂ ਹੀ ਵਾਂਝਾ ਕਰਨ ਜਾ ਰਹੀ ਹੈ, ਕਿੱਦਾਂ ਵੱਡੇ ਬਿਜ਼ਨਸ ਘਰਾਣਿਆਂ ਨੂੰ, ਅੰਬਾਨੀਆਂ ਨੂੰ, ਅਡਾਨੀਆਂ ਨੂੰ ਫਾਇਦੇ ਪਹੁੰਚਾਉਣ ਵਾਸਤੇ ਸਾਨੂੰ ਬੇਘਰ ਕਰਨ ਤੇ ਤੁਲੀ ਹੋਈ ਹੈ। ਦੱਸ ਰਹੇ ਨੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਕਿ ਆਖਿਰ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਦੀ ਅਸਲ ਸੱਚਾਈ ਕੀ ਹੈ ਤੇ ਕਿੱਦਾਂ ਨੌਜਵਾਨੀ ਕਿਸਾਨੀ ਦੇ ਨਾਲ ਮੋਢਾ ਲਾ ਕੇ ਖੜੀ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਸਿਮਰਨਜੀਤ ਕੌਰ ਗਿੱਲ ਤੇ ਤੁਹਾਨੂੰ ਪਤਾ ਹੈ ਕਿ ਕੱਲ ਕਿੰਨੀ ਤਰੀਕ ਸੀ, 29 ਤਰੀਕ ਨੂੰ ਕੱਲ ਫੈਸਲਾ ਲਿਆ ਗਿਆ ਸੀਗਾ ਕਿ ਅਸੀਂ ਸਾਰੇ ਕਿਸਾਨ ਜਥੇਬੰਦੀਆਂ 31 ਜਥੇਬੰਦੀਆਂ ਨਾਲ ਮਿਲੇ ਸੀਗੇ, ਉਹਨਾਂ ਨਾਲ ਸਾਡੀ ਮੀਟਿੰਗ ਸੀਗੀ ਤੇ ਜਿਹਦੇ ਵਿੱਚ ਅਸੀਂ ਡਿਸਾਈਡ ਕੀਤਾ ਸੀਗਾ ਕਿ ਜਿਹੜੀ ਇਹ ਕਿਸਾਨ ਸੰਘਰਸ਼ ਹੈ ਇਹਦੇ ਵਿੱਚ ਅਸੀਂ ਜਥੇਬੰਦੀਆਂ ਦਾ ਸਾਥ ਦੇਵਾਂਗੇ, ਕਿਉਂਕਿ ਸਾਡੇ ਬਜ਼ੁਰਗ ਆ ਉਹ ਕਿਸਾਨੀ ਦੀ ਲੜਾਈ ਲੜ ਰਹੇ ਆ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਤੇ ਉਹਨਾਂ ਦੀ ਇਸ ਲੜਾਈ ਦੇ ਵਿੱਚ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਜੋ ਉਹਨਾਂ ਨੇ ਫੈਸਲਾ ਲਿਆ ਗਿਆ ਰੇਲਾਂ ਰੋਕਣ ਦਾ, ਅੰਬਾਨੀ ਅੰਡਾਨੀ ਬਾਈਕਾਟ, BJP ਦਾ ਬਾਈਕਾਟ ਤੇ ਗ੍ਰਾਮ ਸਭਾ ਵਾਲੇ ਮਤੇ ਦਾ, ਅਤੇ ਜਿਹੜਾ ਇੱਕ ਖਾਸ ਤੌਰ ਤੇ ਜਿਹੜਾ ਟੋਲ ਪਲਾਜ਼ਾ ਵਾਲਾ, ਠੀਕ ਹੈ, ਉਹਨਾਂ ਸਾਰਿਆਂ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਆ। ਪਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਬੜੀ ਕਲੀਅਰ ਆ ਕਿ ਅਸੀਂ ਉਹਨਾਂ ਦੇ ਨਾਲ ਦੋ ਸ਼ਰਤਾਂ ਦੇ ਉੱਤੇ ਆ। ਦੋ ਸ਼ਰਤਾਂ ਕੀ ਆ ਕਿ ਇੱਕ ਤਾਂ ਇਹ ਟਾਈਮ ਬਾਉਂਡ ਹੋਏਗਾ। ਟਾਈਮ ਬਾਉਂਡ ਦਾ ਪਰਪਸ ਇਹ ਆ ਕਿ ਇਹ ਨਹੀਂਗਾ ਕਿ 6-6 10-10 ਸਾਲ ਸੰਘਰਸ਼ ਚੱਲੇਗਾ। ਸਾਨੂੰ ਇਸ ਚੀਜ਼ ਦੇ ਵਿੱਚ ਸਪੀਡੀ ਜਿਹੜਾ ਹੈਗਾ ਆ ਉਹ ਜਿੱਤ ਚਾਹੀਦੀ ਆ, ਵਿਕਟਰੀ ਚਾਹੀਦੀ ਆ। ਠੀਕ ਹੈ। ਇਸ ਲਈ ਸੰਘਰਸ਼ ਲੰਬੇ ਚੱਲ ਸਕਦੇ ਨੇ, ਮਹੀਨਿਆਂ ਤੱਕ ਚੱਲ ਸਕਦੇ ਨੇ, ਪਰ ਅਸੀਂ ਸਾਲਾਂ ਤੱਕ ਆਪਣੇ ਕਿਸਾਨ ਨੂੰ ਮਰਦਾ ਨਹੀਂ ਦੇਖ ਸਕਦੇ। ਅਸੀਂ ਆਪਣੇ ਦੁਕਾਨਦਾਰਾਂ ਨੂੰ ਮਰਦਾ ਨਹੀਂ ਦੇਖ ਸਕਦੇ, ਆਪਣੀ ਪੰਜਾਬ ਦੀ ਇਕਨੋਮੀ ਨੂੰ ਖਰਾਬ ਨਹੀਂ ਕਰ ਸਕਦੇ। ਸੋ ਇਹ ਟਾਈਮ ਬਾਉਂਡ ਰਹੇਗਾ। ਠੀਕ ਹੈ ਜੀ। ਦੂਜੀ ਗੱਲ ਜਿਹੜੀ ਹੋਰ ਜਿਹੜੀ ਇੰਪੋਰਟੈਂਟ ਹੈਗੀ ਆ ਕਿ ਜੇ ਕਿਸਾਨ ਜਥੇਬੰਦੀਆਂ ਸਿਰਫ MSP ਵਾਪਸ ਲੈਣ ਦੇ ਉੱਤੇ ਸਮਝੌਤਾ ਕਰ ਲੈਂਦੀਆਂ ਨੇ ਤਾਂ ਅਸੀਂ ਉਹਨਾਂ ਦੇ ਨਾਲ ਐਗਰੀ ਨਹੀਂ ਹੋਵਾਂਗੇ, ਕਿਉਂਕਿ ਇਹ ਟੋਟਲ ਬਿੱਲ ਜਿਹੜਾ ਹੈਗਾ ਆ, ਜਿਹੜਾ ਟੋਟਲ ਕਾਨੂੰਨ ਹੈਗਾ ਆ, ਇਹ ਮਾਰੂ ਆ। ਇਹ ਸਿਰਫ ਕਿਸਾਨੀ ਲਈ ਮਾਰੂ ਨਹੀਂ ਹੈਗਾ। ਠੀਕ ਹੈ ਜੀ। ਇਹ ਸਿਰਫ ਕਿਸਾਨੀ ਲਈ ਮਾਰੂ ਨਹੀਂ ਹੈਗਾ। ਜਿਹੜੀਆਂ ਸਾਡੀਆਂ ਆਪਣੀਆਂ ਗਲਤ ਫਹਿਮੀਆਂ ਨੇ ਕਈ ਲੋਕਾਂ ਦੀਆਂ ਪਾਲੀਆਂ, ਇਹਨੇ ਸਾਡੀ ਟੋਟਲ ਇਕਨੋਮੀ ਆ ਨਾ ਜਿਹੜੀ ਉਹਨੂੰ ਖਰਾਬ ਕਰਕੇ ਸਾਨੂੰ ਸਾਡੇ ਸਾਰੀ ਜਿਹੜੀ ਟੋਟਲ ਇਕਨੋਮੀ ਹੈਗੀ ਆ ਉਹਨੂੰ ਇਹਨਾਂ ਨੇ ਖਰਾਬ ਕਰਨਾ ਆ। ਠੀਕ ਹੈ ਜੀ। ਸੋ ਮੈਂ ਪਹਿਲਾਂ 2-4 ਚੀਜ਼ਾਂ ਇਹ ਸਮਝਾਉਂਗੀ, ਫਿਰ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਬਿੱਲ ਦੇ ਬਾਰੇ ਦੱਸੂਗੀ, ਕਿਉਂਕਿ ਪਹਿਲਾਂ ਮੈਨੂੰ ਲੱਗ ਰਿਹਾ ਸੀ ਸਾਰਿਆਂ ਨੂੰ ਪਤਾ, ਪਰ ਬਿੱਲ ਦੇ ਬਾਰੇ ਲੋਕਾਂ ਨੂੰ ਅਸਲ ਦੇ ਵਿੱਚ ਪਤਾ ਹੀ ਨਹੀਂਗਾ। ਠੀਕ ਹੈ ਜੀ। 3 ਬਿੱਲ ਪਾਸ ਹੋਏ ਨੇ, ਕਾਨੂੰਨ ਬਣੇ ਨੇ। ਪਹਿਲੀ ਗੱਲ, ਜਿਵੇਂ ਕਾਨੂੰਨ ਪਾਸ ਹੋਣਾ ਚਾਹੀਦਾ ਉਵੇਂ ਨਹੀਂ ਪਾਸ ਹੋਏ ਹੈਗੇ। ਕਾਨੂੰਨ ਕਦੇ ਵੀ ਐ ਪਾਸ ਨਹੀਂ ਹੁੰਦੇ, ਇਹਨਾਂ ਨੇ ਧੱਕੇ ਨਾਲ ਪਾਸ ਕੀਤੇ। ਉਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਆ ਕਿ ਸ਼ਰੇਆਮ ਧੱਕਾ ਕੀਤਾ ਗਿਆ। ਟੋਟਲ ਧੱਕਾ ਇਸ ਲਈ ਕੀਤਾ ਗਿਆ, ਪੰਜਾਬ ਤੇ ਹਰਿਆਣੇ ਦੀ ਜਿਹੜੀ ਖੇਤੀ ਆ ਉਹਨੂੰ ਤਬਾਹ ਕਰਨ ਲਈ, ਉਹਨੂੰ ਆਪਦੇ ਕਬਜ਼ੇ ਦੇ ਵਿੱਚ ਲੈਣ ਲਈ, ਤੇ ਅੰਡਾਣੀਆਂ ਨੂੰ ਆਪਦੇ ਨਾਲ ਜਿਹੜਾ ਹੈਗਾ ਆ ਇਹਨੂੰ ਖਰਾਬ ਕਰਨ ਦੇ ਲਈ। ਠੀਕ ਆ। ਤੇ ਅੰਡਾਣੀਆਂ ਦਾ ਫਾਇਦਾ ਕਰਨ ਦੀ ਖਾਤਰ ਮੈਂ ਨਾ ਕਮੈਂਟ ਬੰਦ ਕਰਨ ਲੱਗੀ ਆ। ਥੋੜੇ ਜਿਹੇ ਡਿਸਟਰੈਕਟਿੰਗ ਜਿਹੜਾ ਹੈਗਾ ਆ ਸਿਸਟਮ ਹੋ ਰਿਹਾ ਆ, ਵਿੱਚ ਡਿਸਟਰਬ ਹੋ ਰਿਹਾ। ਮੈਨੂੰ ਸਮਝ ਨਹੀਂ ਕਮੈਂਟ ਕਿੱਥੋਂ ਬੰਦ ਹੁੰਦੇ ਆ। ਚਲੋ ਕੋਈ ਗੱਲ ਨਹੀਂ, ਲੀਵ ਇਟ।
ਇਗਨੋਰ ਕਰਦੀ ਆ ਉਹਨਾਂ ਨੂੰ। ਗੱਲ ਸੁਣੋ ਹੁਣ ਆਪਣੇ ਲਈ, ਇਹ ਤਾਂ ਮੈਂ ਦੱਸਦਾ ਕਿ ਸੰਘਰਸ਼ ਦੇ ਵਿੱਚ ਅਸੀਂ ਕਿਵੇਂ ਨਾਲ ਆ। ਦੀਪ ਵੀਰੇ ਨੇ ਵੀ ਅਸੀਂ ਸਾਰਿਆਂ ਨੇ ਕਿ ਸਾਡਾ ਜਿਹੜਾ ਮੁੱਦਾ ਹੈਗਾ ਆ, ਸਾਡਾ ਮੁੱਦਾ ਸਿਰਫ ਤੇ ਸਿਰਫ ਕਿਸਾਨੀ ਨਹੀਂ ਹੈਗਾ। ਕਿਸਾਨੀ ਸਾਡੀ ਪੰਜਾਬ ਦੀ ਰੀੜ੍ਹ ਦੀ ਹੱਡੀ ਆ, ਠੀਕ ਆ। ਇਹ ਜਿਹੜਾ ਬਿੱਲ ਆ ਇਹਨੇ ਟੋਟਲ ਸਾਡੇ ਪੰਜਾਬ ਨੂੰ ਬਰਬਾਦ ਕਰਨਾ। ਇਹ ਸਾਡੀ ਹੋਂਦ ਦੇ ਉੱਤੇ ਜਿਹੜਾ ਹੈਗਾ ਆ ਉਹਨਾਂ ਦਾ ਹਮਲਾ ਆ। ਸਾਡੀ ਉਹਨਾਂ ਨੇ ਗੈਰਤ ਨੂੰ ਵੰਗਾਰਿਆ, ਉਹਨਾਂ ਨੇ ਸਾਡੀ ਹੋਂਦ, ਸਾਡੀ ਨਸਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ। ਇਸ ਲਈ ਸਾਡਾ ਜਿਹੜਾ ਹੈਗਾ ਮਸਲਾ, ਸਾਡਾ ਮਸਲਾ ਸਾਡੀ ਪੰਜਾਬੀ ਮਾਂ ਬੋਲੀ ਦਾ ਵੀ ਆ, ਸਾਡਾ ਮਸਲਾ ਸਾਡੀ ਐਜੂਕੇਸ਼ਨ ਰਿਫਾਰਮ ਦਾ ਵੀ ਆ, ਸਾਡਾ ਮਸਲਾ ਜਿਹੜਾ ਹੈਗਾ ਆ ਉਹ ਸਾਰੀਆਂ ਚੀਜ਼ਾਂ ਦਾ ਜਿਹੜੀਆਂ ਪੰਜਾਬੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਤੇ ਪੰਜਾਬੀਅਤ ਨੂੰ ਖਰਾਬ ਕਰ ਰਹੀਆਂ ਨੇ, ਠੀਕ ਹੈ ਜੀ। ਹੁਣ ਜਿਹੜੇ ਲੋਕਾਂ ਦੇ ਵਿੱਚ ਗਲਤਫਹਿਮੀਆਂ ਕਿ ਇਹ ਜਿਹੜਾ ਬਿੱਲ ਹੈ ਸਿਰਫ ਕਿਸਾਨੀ ਨੂੰ ਨੁਕਸਾਨ ਪਹੁੰਚਾਊਗਾ, ਸ਼ਹਿਰੀ ਲੋਕ ਆਰਾਮ ਨਾਲ ਬੈਠ ਸਕਦੇ ਨੇ ਜਾਂ ਬਾਕੀਆਂ ਦਾ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਗਾ। ਦੇਖੋ ਜੀ, ਜਦੋਂ ਕਿਸਾਨ ਨੂੰ ਨੁਕਸਾਨ ਹੋਊਗਾ, ਛੋਟੀਆਂ ਪੱਲੇਦਾਰਾਂ ਨੂੰ, ਛੋਟੇ ਦੁਕਾਨਦਾਰਾਂ ਨੂੰ, ਸਭ ਨੂੰ ਇਹਦਾ ਨੁਕਸਾਨ ਹੋਣਾ ਆ, ਕਿਉਂਕਿ ਇਹਨੇ ਕਿਸਾਨੀ ਨੂੰ ਖਤਮ ਕਰਨਾ ਆ। ਜਿਹੜੀ ਵੱਡੀ ਸਰਮਾਏਦਾਰ ਕਲਾਸ ਆ, ਜ਼ਮੀਨਾਂ ਸਾਡੀਆਂ ਉਹਨਾਂ ਦੇ ਕੋਲ ਆ ਜਾਣੀਆਂ ਨੇ, ਸਾਡਾ ਲਿਵਿੰਗ ਸਟੈਂਡਰਡ ਤਬਾਹ ਹੋ ਜਾਊਗਾ। ਸਾਡੇ ਕੋਲ, ਮੈਂ ਪਹਿਲਾਂ ਵੀ ਕਹਿ ਰਹੀ ਸੀਗੀ, ਨਾ ਅਸੀਂ ਲੋਕਾਂ ਨੂੰ ਹੁੰਦਾ, ਸੁਨਿਆਰੇ ਨੂੰ ਵੀ ਨੁਕਸਾਨ ਹੋਊਗਾ, ਕਿਉਂਕਿ ਜਿਹੜੇ ਇੰਨਾ ਸੋਨਾ ਬਣਾਉਂਦੇ ਨੇ ਉਹਨਾਂ ਨੇ ਉਹ ਨਹੀਂ ਬਣਾ ਪਾਉਣਾ। ਕੱਪੜੇ ਲੈਣ ਵਾਲਿਆਂ ਦਾ ਵੀ, ਕੱਪੜੇ ਦੁਕਾਨਦਾਰਾਂ ਦਾ ਵੀ ਨੁਕਸਾਨ ਹੋਣਾ, ਕਿਉਂਕਿ ਫਿਰ ਜਦ ਸਾਡੇ ਕੋਲ ਪੈਸੇ ਨਹੀਂ ਬਚਣੇ ਹੈਗੇ ਕਿਸਾਨ ਕੋਲ, ਤੇ ਉਹ ਕੱਪੜੇ ਕਿੱਥੋਂ ਲਊਗਾ, ਠੀਕ। ਫਿਰ ਜਿਨ੍ਹਾਂ ਤੋਂ ਪੈਸਟੀਸਾਈਡ ਖਰੀਦੇ ਜਾਂਦੇ ਆ ਜਾਂ ਖਾਦ ਦੀਆਂ ਦੁਕਾਨਾਂ ਨੇ, ਉਹਨਾਂ ਤੋਂ ਖਾਦ ਕੌਣ ਖਰੀਦ। ਸੋ ਇਹ ਟੋਟਲ ਸਾਰੀ ਜਿਹੜੀ ਇਕਨੋਮੀ ਆ ਸਾਡੀ, ਉਹਦੇ ਤੇ ਅਸਰ ਹੋਣਾ। ਤੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਲੋਕ, ਉਹਨਾਂ ਤੇ ਕਿਵੇਂ ਅਸਰ ਹੋਣਾ ਕਿ ਪਿੰਡਾਂ ਦੇ ਵਿੱਚੋਂ, ਖੇਤਾਂ ਦੇ ਵਿੱਚੋਂ 2-2 ਰੁਪਏ 'ਚ ਜਿਹੜੀ ਚੀਜ਼ ਖਰੀਦੀ ਜਾਣੀ ਆ, ਸ਼ਹਿਰਾਂ ਦੇ ਵਿੱਚ ਪਹਿਲਾਂ ਉਹਨੂੰ ਸਟੋਰ ਕਰ ਲਿਆ ਜਾਣਾ। ਜਦੋਂ ਉਹਦੀ ਡਿਮਾਂਡ ਵਧਣੀ, ਉਹਦਾ ਪ੍ਰਾਈਸ ਰਾਈਜ਼ ਹੋਣਾ, ਉਹੀ ਚੀਜ਼ 20-20, 50-50, 100-100 ਰੁਪਏ ਦੀ ਵੇਚੀ ਜਾਣੀ। ਜਿਵੇਂ ਅਸੀਂ ਦੇਖਿਆ ਆ ਕਿ ਸਾਡੇ ਪ੍ਰਾਈਸ ਰਾਈਜ਼ ਹੁੰਦਾ ਆ, ਠੀਕ ਆ, ਉਹ ਸਾਨੂੰ ਸਾਰਿਆਂ ਨੂੰ ਪਤਾ। ਫਿਰ ਕਿਉਂਕਿ ਇਹਦੇ ਵਿੱਚ ਜਿਹੜੀ ਸਟੋਰੇਜ ਲਿਮਿਟ ਆ ਨਾ, ਉਹ ਅਨਲਿਮਿਟਡ ਕਰ ਦਿੱਤੀ ਗਈ ਆ। ਜਿਹੜੇ ਇਹਨਾਂ ਦੇ ਗੋਦਾਨ ਬਣੇ ਹੋਏ ਆ, ਪ੍ਰਾਈਵੇਟ ਪਲੇਅਰ ਆ, ਉਹ ਕਿੰਨੀ ਵੀ ਮਤਲਬ ਜਿਹੜੀ ਹੈਗੀ ਆ ਸਟੋਰ ਕਰ ਸਕਦੇ ਆ। ਤੇ ਉਹ ਤੁਸੀਂ ਦੇਖੋ ਕਿ ਆਪਣੇ ਗੋਦਾਨ ਪਹਿਲਾਂ ਹੀ, ਔਰ ਨਾਲੇ ਹਾਂ, ਇਹ ਜਿਹੜੇ ਲੋਕ ਕਹਿ ਰਹੇ ਆ ਕਿ ਹੋਣਾ ਆ, ਇਹਦੀ ਤਾਂ ਪਲੈਨਿੰਗ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਸਾਡੇ ਕਿੰਨੇ ਗੋਦਾਨ ਨੇ, ਸਾਡੇ ਸੈਲੋਜ਼ ਨੇ ਜਿਹੜੇ ਹਨਾ, ਇਹ ਇਹਨਾਂ ਦੇ ਟਾਈਮ ਹੀ ਬਣ ਗਏ ਸੀਗੇ ਜਦੋਂ ਬਾਦਲਾਂ ਦੀ ਸਰਕਾਰ ਇੱਥੇ ਸੀਗੀ, ਤੇ ਉਹਨਾਂ ਤੇ ਕੋਈ ਸਟੈਂਪ ਡਿਊਟੀ ਵੀ ਨਹੀਂ ਦਿੱਤੀ। ਇੱਥੇ ਦੱਸ ਰਹੇ ਸੀਗੇ ਕਿ ਡੋਗਰਾ ਦੇ ਕੋਲ ਹੈਗੀ ਆ ਹਨਾ, ਇੱਕ ਪਿੰਡ ਸੇਖਾ ਹੈਗਾ ਬਰਨਾਲੇ ਕੋਲ, ਉੱਥੇ ਬਣ ਰਿਹਾ, ਹੋਰ ਕਿੰਨੀ ਮੋਗੇ ਕੋਲ ਬਣਿਆ ਹੋਇਆ। ਇਹ ਜਿਹੜੇ ਸੈਲੋਜ਼ ਨੇ, ਇਹਨਾਂ ਦੇ ਵਿੱਚ ਲੱਖਾਂ ਟਨ ਜਿਹੜੀ ਹੈਗੀ ਆ ਫਸਲ ਆ, ਉਹ ਜਮ੍ਹਾਂ ਹੋ ਸਕਦੀ ਆ। ਕੋਈ ਵੀ ਜਿਹੜੀ ਅਸੈਂਸ਼ੀਅਲ ਕਮੋਡਿਟੀ ਆ ਉਹ ਹੋ ਸਕਦੀ ਉਹਦੇ ਵਿੱਚ। ਫਿਰ ਉਹਨਾਂ ਦਾ ਸਿੱਧਾ ਜਿਹੜਾ ਰੇਲਵੇ ਟਰੈਕ ਆ ਉਹਦੇ ਨੇੜੇ ਰੱਖੇ ਗਏ ਆ, ਠੀਕ ਹੈ। ਇਹ ਆਲਰੇਡੀ ਪਲਾਨਡ ਸੀਗਾ। ਟ੍ਰੇਨ ਸਿੱਧੀ ਉਹਨਾਂ ਦੇ ਗੋਦਾਨ ਚ ਆਊਗੀ, ਮਾਲ ਗੱਡੀ ਭਰੂਗੀ ਤੇ ਉੱਥੋਂ ਚਲੀ ਜਾਊਗੀ। ਸੋ ਇਹ ਆਲਰੇਡੀ ਪਲਾਨਡ ਸੀਗਾ। ਹੁਣ ਜੀ ਆਪਾਂ ਇਹਨਾਂ ਨੂੰ ਸੱਟ ਪਹੁੰਚਾਉਣੀ, ਅਸੀਂ ਕਿਹਾ ਕਿ ਅਸੀਂ ਜੀਓ ਬੈਨ ਕਰਾਂਗੇ, ਅਸੀਂ ਰਿਲਾਇੰਸ ਸਟੋਰ, ਅਡਾਨੀ ਅੰਬਾਨੀ ਟੋਟਲ ਬਾਈਕਾਟ ਆ। ਅਸੀਂ ਉਹਨਾਂ ਦਾ ਬਾਈਕਾਟ ਕਰਨਾ। ਤਾਂ ਸਾਡੇ ਕੋਲ ਇੱਕ ਹੋਰ ਹੈ ਕਿ ਅਸੀਂ ਸਾਰੇ ਜਣੇ ਸਰਕਾਰ ਤੇ ਪ੍ਰੈਸ਼ਰ ਪਾਈਏ। ਤੁਹਾਨੂੰ ਸਾਰਿਆਂ ਨੂੰ 2008 ਦੇ ਵਿੱਚ ਯਾਦ ਹੋਣਾ ਕਿ ਜਦੋਂ ਨੈਨੋ ਜਿਹੜਾ ਪ੍ਰੋਜੈਕਟ ਆ ਉਹ ਲੱਗਿਆ ਸੀਗਾ ਆਪਣੇ ਬੰਗਾਲ ਦੇ ਵਿੱਚ, ਤਾਂ ਉਹਨਾਂ ਨੇ ਉੱਥੇ ਪ੍ਰੋਟੈਸਟ ਕੀਤਾ ਸੀ। ਤ੍ਰਿਣਮੂਲ ਕਾਂਗਰਸ ਤੇ ਹੋਰ ਉੱਥੇ ਦੇ ਜਿਹੜੇ ਲੋਕਲ ਫਾਰਮਰ ਸੀਗੇ ਜਾਂ ਹੋਰ ਉੱਥੇ ਦੇ ਜਿਹੜੀ ਐਂਟੀ ਮਤਲਬ ਆਪੋਜ਼ਿਟ ਪਾਰਟੀ ਸੀਗੀਆਂ ਜਿਹੜੀਆਂ ਸਰਕਾਰ, ਉਹਨਾਂ ਨੇ ਸਾਰਿਆਂ ਨੇ ਰਲ ਕੇ ਪ੍ਰੋਟੈਸਟ ਕੀਤਾ ਸੀਗਾ ਤੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਗਿਆ। ਸਰਕਾਰ ਨੇ ਇੱਕ ਆਰਡੀਨੈਂਸ ਲਿਆਂਦਾ ਸੀਗਾ ਤੇ ਉਹ ਜਿਹੜੀ ਪਬਲਿਕ ਇੰਟਰਸਟ ਦੇ ਵਿੱਚ ਉਹ ਪ੍ਰਾਪਰਟੀ ਸੀਗੀ ਜਿਹੜੀ ਨੈਨੋ ਪ੍ਰੋਜੈਕਟ ਜਿੱਥੇ ਲੱਗਣਾ ਸੀ ਉਹਨੂੰ ਐਕਵਾਇਰ ਕਰ ਲਿਆ ਸੀ। ਜਦੋਂ ਉਸ ਚੀਜ਼ ਨੂੰ ਐਕਵਾਇਰ ਕਰਦੇ ਆ ਹੈਨਾ, ਤੇ ਉਹਦੇ ਨਾਲ ਕੀ ਹੋਇਆ ਸੀ, ਨੈਨੋ ਨੂੰ ਆਪਣਾ ਪ੍ਰੋਜੈਕਟ ਬਦਲਣਾ ਪੈ ਗਿਆ ਸੀ। ਉਸੇ ਤਰ੍ਹਾਂ ਅਸੀਂ ਸਰਕਾਰ ਤੇ ਪ੍ਰੈਸ਼ਰ ਪਾਈਏ ਕਿ ਜਿਹੜੇ ਅੰਡਾਣੀਆਂ ਦੇ ਇਹਨਾਂ ਦੇ ਸੈਲੋਜ਼ ਬਣੇ ਹੋਏ ਨੇ ਉਹਨਾਂ ਨੂੰ ਇਨ ਪਬਲਿਕ ਇੰਟਰਸਟ, ਇਹ ਲੀਗਲ ਆ, ਠੀਕ ਹੈ ਨਾ, ਇਹ ਕਨਸਟੀਟਿਊਸ਼ਨਲ ਵੇ ਦੇ ਨਾਲ ਉਹਨਾਂ ਨੂੰ ਇਹ ਇੱਕ ਆਰਡੀਨੈਂਸ, ਵਿਧਾਨ ਸਭਾ ਨੇ ਪਹਿਲਾਂ ਹੀ ਕਿਹਾ ਕਿ ਅਸੀਂ ਆਰਡੀਨੈਂਸ ਪਾਸ ਕਰਨਾ, ਤੇ ਵਿਧਾਨ ਸਭਾ ਇੱਕ ਆਰਡੀਨੈਂਸ ਪਾਸ ਕਰੇ ਜਿਸ ਆਰਡੀਨੈਂਸ ਦੇ ਵਿੱਚ ਇਨ ਪਬਲਿਕ ਇੰਟਰਸਟ ਜਿਹੜੇ ਇਹਨਾਂ ਦੇ ਸੈਲੋਜ਼ ਆ ਉਹਨਾਂ ਨੂੰ ਐਕਵਾਇਰ ਕਰ ਲਵੇ। ਉਹਨਾਂ ਤੇ ਸਟੈਂਪ ਡਿਊਟੀ ਤਾਂ ਆਲਰੇਡੀ ਲੱਗੀ ਨਹੀਂ ਹੋਈ। ਸੋ ਜਦੋਂ ਉਹਨਾਂ ਨੂੰ ਐਕਵਾਇਰ ਕਰ ਲੂ ਤਾਂ ਉਹਨਾਂ ਦੀ ਇਕਨੋਮੀ ਆ ਨਾ ਜਿਹੜੀ, ਉਹਨਾਂ ਨੂੰ ਆ ਬਹੁਤ ਜ਼ਿਆਦਾ
ਬਿਲੀਅਨਸ ਡਾਲਰ ਜਿਹੜਾ ਹੈਗਾ ਆ ਉਹਨਾਂ ਦਾ ਨੁਕਸਾਨ ਹੋਏਗਾ। ਠੀਕ, ਜੋ ਅਸੀਂ ਉਹਨਾਂ ਨੂੰ ਨੁਕਸਾਨ ਲੱਖਾਂ ਕਰੋੜਾਂ ਦਾ ਉਹਨਾਂ ਦਾ ਰੁਪਇਆਂ ਦਾ ਉਹਨਾਂ ਦਾ ਨੁਕਸਾਨ ਹੋਏਗਾ ਜਿਹੜਾ ਅਸੀਂ ਉਹਨਾਂ ਨੂੰ ਪਹੁੰਚਾਉਣਾ ਚਾਹੁੰਦੇ ਆ, ਜੋ ਸਾਡੇ ਜੀਓ ਸਿਮ ਬੰਦ ਕਰਨ ਨਾਲੋਂ ਵੀ ਕਿਤੇ ਜ਼ਿਆਦਾ ਭਾਰੀ ਹੋਵੇਗਾ। ਇਸ ਚੀਜ਼ ਤੇ ਫੋਕਸ ਕਰਨਾ ਸਾਡਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਅਸੀਂ ਇਸ ਪਾਸੇ ਵੀ ਫੋਕਸ ਕਰੀਏ ਕਿ ਇਹ ਜਿਹੜੇ ਅੰਬਾਨੀਆਂ ਦੇ ਜਿਹੜੇ ਇਹਨਾਂ ਦੇ ਸੈਲੋਜ਼ ਬਣੇ ਹੋਏ ਆ ਉਹਨਾਂ ਨੂੰ ਸਰਕਾਰ ਤੇ ਅਸੀਂ ਪ੍ਰੈਸ਼ਰਾਈਜ਼ ਕਰੀਏ ਕਿ ਉਹ ਇਹਨਾਂ ਨੂੰ ਐਕਵਾਇਰ ਕਰੇ, ਕਿਉਂਕਿ ਸਰਕਾਰ ਦੇਖੋ ਬਾਰ-ਬਾਰ ਸਰਕਾਰ ਸਾਨੂੰ ਕੀ ਕਹਿ ਰਹੀ ਆ ਕਿ ਮੈਂ ਬਿੱਲ ਵਿਰੋਧੀ ਆ। ਉਹ ਤਾਂ ਸਾਨੂੰ ਵੀ ਰਾਜਨੀਤੀ ਪਤਾ, ਫਿਰ ਕਿਉਂ ਨਾ ਅਸੀਂ ਮਤਿਆਂ ਦੇ ਵਿੱਚ ਇਹ ਚੀਜ਼ ਵੀ ਕਰਕੇ ਤੇ ਅਸੀਂ ਸਰਕਾਰ ਤੇ ਪ੍ਰੈਸ਼ਰ ਬਿਲਡ ਕਰੀਏ। ਹੁਣ ਸਾਡਾ ਮੂਵਮੈਂਟ ਬਣਿਆ ਕਿ ਇਹਨਾਂ ਨੂੰ ਸਰਕਾਰ ਨੇ ਆਰਡੀਨੈਂਸ ਲਿਆਵੇ, ਵਿਧਾਨ ਸਭਾ ਸਾਡੀ ਪੰਜਾਬ ਵਿਧਾਨ ਸਭਾ ਜਿਹੜੇ ਸਾਡੇ MLAs ਨੇ, ਠੀਕ ਆ, ਉਹ ਆਰਡੀਨੈਂਸ ਲਿਆਉਣ ਕਿ ਜਿਹੜੀ ਇਹਨਾਂ ਦੀ ਸੈਲੋਜ਼ ਨੇ ਉਹਨਾਂ ਨੂੰ ਪਬਲਿਕ ਇੰਟਰਸਟ ਦੇ ਵਿੱਚ ਜਨਤਕ ਪ੍ਰਾਪਰਟੀ, ਜਨਤਕ ਜਿਹੜੀ ਜ਼ਮੀਨ ਆ ਜਾਂ ਜਨਤਕ ਜਾਇਦਾਦ ਆ ਉਹ ਬਣਾਇਆ ਜਾਵੇ ਤੇ ਉਹ ਐਕਵਾਇਰ ਹੋ ਜਾਣਗੇ, ਉਹਨਾਂ ਦਾ ਨੁਕਸਾਨ ਹੋਏਗਾ। ਸੋ ਇੱਕ ਇਹ ਤਰੀਕਾ ਹੈਗਾ। ਦੂਜਾ ਜਿਹੜੀ ਕੁਝ ਲੋਕਾਂ ਦੀ ਇਹਦੇ ਬਾਰੇ ਗਲਤਫਹਿਮੀਆਂ ਨੇ ਬਿੱਲ ਦੇ ਬਾਰੇ ਕਿ MSP, ਸਾਡਾ ਰੌਲਾ ਕੱਲੀ MSP ਨਹੀਂ ਹੈਗਾ। ਤੇ ਅਸੀਂ ਪਹਿਲਾਂ ਹੀ ਮੈਂ ਕਿਹਾ ਆ ਕਿ ਅਸੀਂ ਕਿਸਾਨ ਯੂਨੀਅਨਸ ਦੇ ਨਾਲ ਆ, ਪਰ ਜੇ ਕਿਸਾਨ ਯੂਨੀਅਨ ਕੱਲੀ MSP ਤੇ ਸਮਝੌਤਾ ਕਰਦੀਆਂ ਨੇ ਤਾਂ ਅਸੀਂ ਐਗਰੀ ਨਹੀਂ ਕਰਾਂਗੇ, ਸਾਡਾ ਮੂਵਮੈਂਟ ਚੱਲੇਗਾ। ਦੂਜੀ ਗੱਲ ਮੈਂ ਪਹਿਲਾਂ ਵੀ ਬੋਲਿਆ ਸੀਗਾ, ਮੈਂ ਉੱਥੇ ਵੀ ਸੁਝਾਅ ਦਿੱਤਾ ਸੀਗਾ ਕਿ ਜਿਹੜੀ ਗ੍ਰਾਮ ਸਭਾਵਾਂ ਨੇ ਉਹ ਮਤਾ ਪਾਸ ਕਰਨ। ਗ੍ਰਾਮ ਸਭਾ ਦੇ ਕੋਲ ਇਹ ਕਾਨੂੰਨਨ ਮਤਲਬ ਉਹਨਾਂ ਦਾ ਜਿਹੜਾ ਕਾਨੂੰਨ ਆ ਉਹਦੇ ਵਿੱਚ ਇਹਨਾਂ ਦੇ ਕੋਲ ਇਸ ਚੀਜ਼ ਦਾ ਹੱਕ ਹੈਗਾ ਆ ਕਿ ਗ੍ਰਾਮ ਸਭਾ ਮਤਾ ਪਾਸ ਕਰਕੇ ਲੀਗਲ ਮਤਾ ਰਜਿਸਟਰ ਦੇ ਉੱਤੇ, ਕੱਲਾ ਇਹ ਨਹੀਂ ਕਿ ਪੰਚਾਇਤ ਨੇ ਆਪਣੇ ਜਿਹੜਾ ਸਰਪੰਚ ਦਾ ਲੈਟਰ ਹੈਡ ਆ ਉਹਦੇ ਉੱਤੇ, ਨਹੀਂ, ਜਿਹੜਾ ਰਜਿਸਟਰ ਹੁੰਦਾ ਆ BDPO ਕੋਲ ਜਾਂਦਾ, ਉਹਦਾ ਇੱਕ ਪ੍ਰੋਪਰ ਸਿਸਟਮ ਹੁੰਦਾ ਹੈ। ਜਿਵੇਂ ਗ੍ਰਾਮ ਸਭਾ ਕਿਉਂਕਿ ਆਟੋਮੈਟਿਕਲੀ ਬਣੀ ਹੁੰਦੀ ਹੈ, ਗ੍ਰਾਮ ਸਭਾ ਤੋਂ ਮਤਾ ਪਾਇਆ ਜਾਵੇ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਇਹਨੂੰ ਲਾਗੂ ਨਹੀਂ ਹੋਣ ਦੇਣਾ। ਜਦੋਂ ਅਸੀਂ ਇਹ ਮਤਾ ਪਾਸ ਕਰਾਂਗੇ ਕਿ ਅਸੀਂ ਇਹਨੂੰ ਲਾਗੂ ਨਹੀਂ ਹੋਣ ਦੇਣਾ, ਠੀਕ ਹੈ ਜੀ, ਤਾਂ ਉਸ ਚੀਜ਼ ਦੇ ਨਾਲ ਉਹ ਆਪਣੇ ਪਿੰਡ ਦੇ ਵਿੱਚ ਲਾਗੂ ਨਹੀਂ ਹੋਏਗਾ। ਦੂਜੀ ਜਿਹੜੀ ਲੋਕਾਂ ਦੇ ਇੱਕ ਗਲਤਫਹਿਮੀ ਹੈ, ਦੇਖੋ MSP ਦਾ ਹਲੇ ਆਪਾਂ ਨੂੰ ਮਿਲੇਗਾ, ਹੋਰ ਵੀ ਕਿੰਨੀਆਂ ਤੇ ਮਿਲਦਾ ਆ, ਕੱਲੀ MSP ਨਾਲ ਕੁਝ ਨਹੀਂ ਹੋਣਾ। ਕਿ ਸਾਡੀ ਜਿਹੜੀ ਫਸਲ ਆ ਉਹ 100% ਖਰੀਦੀ ਜਾਊਗੀ। ਮੈਂ ਪਹਿਲਾਂ ਵੀ ਦੱਸਿਆ ਸੀਗਾ, ਬਾਰ-ਬਾਰ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦਾ ਕੀ ਆ ਕਿ ਇਹਨਾਂ ਨੇ ਇੱਕ ਪੈਰਲਰ ਮੰਡੀ ਖੜੀ ਕਰਤੀ, ਸਰਕਾਰੀ ਮੰਡੀ, ਇੱਕ ਪੈਰਲਰ ਮੰਡੀ। ਸਰਕਾਰੀ ਮੰਡੀ ਦੇ ਉੱਤੇ ਦੇ ਵਿੱਚ ਜਿਨ੍ਹਾਂ ਨੇ ਖਰੀਦਣਾ ਉਹਨਾਂ ਨੂੰ 2-2.5% ਟੈਕਸ ਦੇਣਾ ਪਊਗਾ, ਇਸ ਲਈ ਉੱਧਰ ਠੀਕ ਆ। ਪਰ ਜਿਹੜੇ ਪ੍ਰਾਈਵੇਟ ਪਲੇਅਰ ਆ ਉਹਨਾਂ ਨੂੰ ਜਿਹੜਾ ਹੈਗਾ ਆ ਉਹਨਾਂ ਨੂੰ ਕੋਈ ਵੀ ਟੈਕਸ ਨਹੀਂ ਪੇ ਕਰਨਾ ਪਊਗਾ, ਟੈਕਸ ਨਹੀਂ ਪੇ ਕਰਨਾ ਪਊਗਾ ਸਟਾਰਟਿੰਗ ਦੇ ਵਿੱਚ। ਉਹ ਜਿਹੜਾ ਸਾਡਾ ਫਿਲਹਾਲ ਜਿਹੜੀ MSP ਉਹ ਰੱਖਣਗੇ, ਠੀਕ ਆ। MSP ਦੇ ਰੇਟ ਤੋਂ ਸਾਨੂੰ ਮਹਿੰਗੇ ਮੁੱਲ ਦੇ ਵਿੱਚ ਆਮ ਜਿਹੜੀ ਮੰਡੀ ਆ ਉਹਦੇ ਨਾਲੋਂ ਮਹਿੰਗੇ ਮੁੱਲ ਦੇ ਵਿੱਚ ਉਹ ਸਾਡੀ ਖਰੀਦ ਲੈਣਗੇ ਤੇ ਕਿਸਾਨ ਖੁਸ਼ ਹੋ ਕੇ ਦਊਗਾ ਕਿ ਨਹੀਂ, ਇਹਨੇ ਮੇਰੇ ਮਿੱਤੋਂ ਮਹਿੰਗੇ ਮੁੱਲ ਦੇ ਵਿੱਚ ਜਿਹੜੀ ਹੈਗੀ ਆ ਮੇਰੀ ਫਸਲ ਖਰੀਦ ਲਈ। ਥੋੜੇ ਮਹੀਨੇ, ਕੁਝ ਕੁ ਸੀਜ਼ਨ ਇਹ ਚੀਜ਼ਾਂ ਚੱਲਣਗੀਆਂ। ਬਾਅਦ ਵਿੱਚ ਹੌਲੀ ਜਿਹੜੀ ਸਰਕਾਰ ਆ ਉਹ ਕਹਿ ਦੂਗੀ, ਸਰਕਾਰ ਨੂੰ FCI ਤੋਂ ਜਾਂ ਸਾਡੀ ਜਿਹੜੀ ਆਪਣੀ ਫੂਡ ਸਪਲਾਈ ਹੈਗਾ ਆ ਆਪਣਾ, ਹੈ ਨਾ, ਪੰਜਾਬ ਦਾ ਹੈਗਾ, ਇਹ ਨੁਕਸਾਨ ਹੋ ਰਿਹਾ ਆ ਤੇ ਇਸ ਲਈ ਅਸੀਂ ਇਹਨਾਂ ਨੂੰ ਸ਼ਟ ਡਾਊਨ ਕਰਦੇ ਹਾਂ ਤੇ ਇਹ ਚੀਜ਼ਾਂ ਹੁਣ ਪ੍ਰਾਈਵੇਟ ਪਲੇਅਰ ਕਰਨਗੇ। ਫਿਰ ਕੀ ਹੋਊਗਾ, ਜਿਨ੍ਹਾਂ ਨੇ ਕੰਟਰੈਕਟ ਫਾਰਮਿੰਗ ਨਹੀਂ ਕੰਟਰੈਕਟ ਦੇ ਵਿੱਚ ਆਏ ਹੋਣਗੇ ਉਹਨਾਂ ਨੂੰ ਦਿਖੂਗਾ ਕਿ ਉਹ ਹੁਣ ਖਰੀਦ ਕਿੱਥੇ ਆਪਣੀ ਜਿਹੜੀ ਫਸਲ ਆ ਵੇਚਣ। ਫਿਰ ਉਹਨਾਂ ਨੂੰ ਮਜਬੂਰਨ ਉਹਨਾਂ ਨਾਲ ਕੰਟਰੈਕਟ ਕਰਨਾ ਪਊਗਾ। ਉਹ ਕੰਟਰੈਕਟ ਕਰਨਗੇ, ਕੰਟਰੈਕਟ ਦੇ ਵਿੱਚ ਅਸੀਂ ਵੈਸੇ ਹੀ ਖਤਮ ਹੋ ਜਾਾਂਗੇ। ਮਜਬੂਰਨ ਕੰਟਰੈਕਟ ਸਾਡੀ ਮਰਜ਼ੀ ਆ ਪਰ ਅਸੀਂ ਮਜਬੂਰ ਹੋ ਜਾਾਂਗੇ ਕੰਟਰੈਕਟ ਕਰਨ ਲਈ। ਜਦੋਂ ਅਸੀਂ ਉਹ ਐਗਰੀਮੈਂਟ ਸਾਈਨ ਕਰ ਲਾਂਗੇ, ਉਹ ਐਗਰੀਮੈਂਟ ਦੇ ਇੰਨੇ ਕੁ ਲੂਪ ਹੋਲ ਨੇ, ਉਹ ਸਾਰੇ ਉਹਨਾਂ ਦੇ ਫੇਵਰ 'ਚ ਜਾਂਦੇ ਨੇ। ਉਹੀ ਕਿ ਸੀਡ ਦਾ ਸਾਈਜ਼ ਕੀ ਹੋਊਗਾ, ਫਸਲ ਦਾ ਸਾਈਜ਼ ਕੀ ਹੋਊਗਾ, ਫਸਲ ਦੀ ਕੁਆਲਿਟੀ ਕੀ ਹੋਊਗੀ, ਠੀਕ ਆ। ਫਿਰ ਕੰਟਰੈਕਟ ਦੇ ਵਿੱਚ ਇਹ ਚੀਜ਼ ਵੀ ਹੋਏਗੀ ਕਿ ਅਸੀਂ ਕਿੰਨੀ ਫਸਲ ਆਪਣੇ ਕਿੰਨੇ ਕੁਇੰਟਲ ਆਪਣੇ ਕੋਲ ਰੱਖ ਸਕਦੇ, ਕਿੰਨੇ ਕੁਇੰਟਲ ਉਹਨਾਂ ਕੋਲ ਆ। ਮੰਨ ਲਓ ਹੈ ਨਾ, ਆਪਾਂ ਕੰਟਰੈਕਟ ਕਰ ਲਿਆ ਕਿ ਅਸੀਂ 100 ਕੁਇੰਟਲ ਆਪਣੇ ਕੋਲ ਰੱਖਣੀ ਆ, 100 ਕੁਇੰਟਲ ਤੋਂ 1 ਕੁਇੰਟਲ ਵੀ ਅਸੀਂ ਆਪਣੇ ਕੋਲ ਰੱਖ ਲਈ, ਕਿਸਾਨ ਨੇ, ਉਹਨਾਂ ਦੀ ਸ਼ਿਕਾਇਤ ਹੋ ਗਈ, ਉਹ ਡਿਸਪਿਊਟ ਚਲਿਆ ਗਿਆ ਤੇ ਸਾਡੇ ਉੱਤੇ ਕੇਸ ਹੋ ਜਾਊਗਾ, ਠੀਕ ਹੈ, ਵੀ ਅਸੀਂ ਘਪਲਾ ਕੀਤਾ। ਇਹ ਚੀਜ਼ ਹੋ ਗਈ, ਇੱਥੇ ਕਿਸਾਨ ਮਰੇਗਾ, ਠੀਕ। ਫਿਰ ਕੱਲਾ ਕਿਸਾਨ ਨਹੀਂ ਮਰੇਗਾ, ਹੁਣ ਸਟੋਰੇਜ ਕੈਪੈਸਿਟੀ ਜਿਹੜੀ ਹੈਗੀ ਉਹਨਾਂ ਦੀ ਬਹੁਤ ਜ਼ਿਆਦਾ ਵਧਾਤੀ। ਉਹ ਕੋਈ ਵੀ ਚੀਜ਼ ਸਟੋਰ ਕਰ ਸਕਦੇ ਆ। ਸਟੋਰ ਕਰਕੇ ਮੈਂ ਉਹੀ ਕਹਿਣਾ ਕਿ ਉਹ ਪਹਿਲਾਂ ਸਟੋਰ ਕਰਕੇ ਰੱਖਣਗੇ, ਟਾਈਟ ਕਰ ਦੇਣਗੇ,
ਚੀਜ਼ ਨਹੀਂ ਜਾਊਗੀ, ਸਪਲਾਈ ਘਟੀ ਹੋਈ ਆ, ਹੌਲੀ ਹੌਲੀ ਸਪਲਾਈ ਘਟਣ ਨਾਲ ਕੀ ਹੁੰਦਾ, ਡਿਮਾਂਡ ਵੱਧਦੀ ਹੈ, ਡਿਮਾਂਡ ਵੱਧਦੀ ਆ, ਪ੍ਰਾਈਸ ਰਾਈਜ਼ ਹੁੰਦਾ ਆ। ਠੀਕ ਹੈ, ਜਦੋਂ ਪ੍ਰਾਈਸ ਰਾਈਜ਼ ਹੋ ਜਾਊਗਾ, ਉਹਦਾ ਪ੍ਰਾਈਸ ਰਾਈਜ਼ ਹੋ ਗਿਆ, ਮਹਿੰਗੀ ਹੋ ਗਈ ਚੀਜ਼, ਉਦੋਂ ਉਹ ਕੱਢਣਗੇ ਉਹਨੂੰ। ਜਿਹੜੀ ਚੀਜ਼ 2 ਰੁਪਏ ਦੀ ਖਰੀਦੀ ਆ ਉਹਨੂੰ 20, 50, 100 ਰੁਪਏ ਦੇ ਵਿੱਚ ਵੇਚਣਗੇ। ਸੋ ਇਹ ਸਾਰਾ ਸਿਸਟਮ ਆ, ਇਹਨੇ ਸਾਰਿਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਅਸੀਂ ਇਸ ਚੀਜ਼ ਦੇ ਵਿਰੁੱਧ ਆ। ਅਸੀਂ ਇਹ ਟੋਟਲ ਬਿੱਲ ਨਹੀਂ ਚਾਹੁੰਦੇ। ਦੂਜੀ ਹੈ ਕਿ ਸਾਡੀ ਲੜਾਈ ਇਕੱਲੀ ਕਿਸਾਨੀ ਦੀ ਨਹੀਂ ਗੀ, ਸਾਡੀ ਲੜਾਈ ਸਾਡੇ ਵਜੂਦ ਦੀ ਆ, ਸਾਡੀ ਲੜਾਈ ਸਾਡੀ ਭਾਸ਼ਾ ਦੀ ਆ। ਦੇਖੋ ਤੁਸੀਂ ਕਿ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਵਿੱਚੋਂ ਭਾਸ਼ਾ ਖਤਮ ਕਰ ਦਿੱਤੀ ਗਈ ਪੰਜਾਬੀ, ਹੌਲੀ ਹੌਲੀ ਸਾਡੀ ਪੰਜਾਬੀ ਨੂੰ ਖਤਮ ਕਰਨ ਦੀਆਂ ਚਾਲਾਂ ਨੇ ਤੇ ਇਸ ਲਈ ਅਸੀਂ ਡਟੇ ਰਹਿਣਾ ਆ, ਅਸੀਂ ਲੜਨਾ ਆ, ਅਸੀਂ ਆਪਣੇ ਹੱਕ ਲਈ ਲੜਨਾ। ਦੂਜਾ ਸਾਨੂੰ ਜਾਣਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਆ, ਹੈ ਨਾ, ਬਦਨਾਮ ਵੀ ਕੀਤਾ ਜਾ ਰਿਹਾ ਆ। ਸੋ ਅਸੀਂ ਪੰਜਾਬੀਅਤ ਦੀ ਲੜਾਈ ਆ, ਚਾਹੇ ਉਹ ਅਨੰਦਪੁਰ ਸਾਹਿਬ ਦਾ ਮਤਾ ਆ, ਅਸੀਂ ਉਹਦੀ ਵੀ ਗੱਲ ਕਰਾਂਗੇ ਕਿਉਂਕਿ ਉਹ ਮਤੇ ਪੰਜਾਬ ਦੇ ਹੱਕ ਦੀ ਗੱਲ ਹੈ। ਸਾਡੇ ਪਾਣੀਆਂ ਦੀ ਲੜਾਈ ਆ। ਅੱਜ ਇਹਨਾਂ ਨੇ ਸਾਡੇ ਤੇ ਇਹ ਬਿੱਲ ਲਿਆਂਦਾ ਆ, ਜੇ ਅਸੀਂ ਸਾਰਿਆਂ ਨੇ ਰਲ ਕੇ ਵਿਰੋਧ ਨਾਲ ਲਿਆਂਦਾ ਕੀਤਾ ਫਿਰ ਇਲੈਕਟ੍ਰਿਸਿਟੀ ਰਿਫਾਰਮ ਬਿੱਲ ਆ ਜਾਏਗਾ। ਠੀਕ ਆ, ਹੌਲੀ ਹੌਲੀ ਇਹੋ ਜਿਹੇ ਬਿੱਲ ਆਉਣਗੇ, ਗਵਰਨਮੈਂਟ ਸਕੂਲ ਬੰਦ ਕਰ ਦਿੱਤੇ ਜਾਣਗੇ ਵੀ ਘਾਟੇ 'ਚ ਜਾ ਰਹੇ ਆ, ਫਿਰ ਐਜੂਕੇਸ਼ਨ ਦਾ ਪ੍ਰਾਈਵੇਟਾਈਜੇਸ਼ਨ ਹੋਊਗਾ ਪ੍ਰੋਪਰ ਵੇ ਨਾਲ। ਸੋ ਤੁਸੀਂ ਦੇਖੋ ਕਿ ਟੋਟਲ ਸਾਡਾ ਇਹਦੇ ਵਿੱਚ ਲਾਸ ਆ ਤੇ ਇਸ ਲਈ ਅਸੀਂ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗੇ ਤੇ ਅੰਬਾਣੀਆਂ ਅੰਡਾਣੀਆਂ ਦਾ ਵਿਰੋਧ ਅਸੀਂ ਕਰ ਹੀ ਰਹੇ ਹਾਂ। ਠੀਕ ਆ, ਨਾਲ ਅਸੀਂ ਸਰਕਾਰ ਤੇ ਪ੍ਰੈਸ਼ਰ ਪਾਈਏ ਕਿ ਸਰਕਾਰ ਇਹਨਾਂ ਦੇ ਜਿਹੜੇ ਸੈਲੋਜ਼ ਹੈਗੇ ਆ ਉਹਨਾਂ ਨੂੰ ਆਰਡੀਨੈਂਸ ਬਣਾ ਕੇ ਆਪਦੇ ਕਬਜ਼ੇ ਦੇ ਵਿੱਚ ਲਵੇ, ਜੋ ਕਾਨੂੰਨਨ ਜੋ ਹੋ ਸਕਦਾ ਆ ਤੇ ਦੈਟ ਵਿਲ ਹੈਲਪ ਅਸ। ਤੇ ਹੋਰ ਕੱਲ੍ਹ ਨੂੰ ਰੇਲਾਂ ਰੋਕਣੀਆਂ ਨੇ, ਸੋ ਉਮੀਦ ਆ ਤੁਸੀਂ ਕਿਸਾਨ ਯੂਨੀਅਨ ਦੇ ਨਾਲ ਜਾਵਾਂਗੇ। ਪਰ ਮੇਰੀ ਫੇਰ ਉਹੀ ਗੱਲ ਆ ਕਿ ਅਸੀਂ ਕਿਸਾਨ ਯੂਨੀਅਨਸ ਦੇ ਨਾਲ ਆ, ਸਪੋਰਟ ਕਰ ਰਹੇ ਹਾਂ, ਪਰ ਸਾਡਾ ਮੁੱਦਾ ਕੱਲਾ MSP ਨਹੀਂ ਹੈਗਾ। ਜੇ ਕੱਲੀ MSP ਦੇ ਉੱਤੇ ਕੱਲ ਨੂੰ ਕੋਈ ਵੀ ਆਪਣੇ ਆਪ ਸਮਝੌਤਾ ਕਰਦੇ ਨੇ ਤਾਂ ਅਸੀਂ ਉਸ ਸਮਝੌਤੇ ਦਾ ਹਿੱਸਾ ਨਹੀਂ ਹੋਵਾਂਗੇ। ਤੇ ਬਾਕੀ ਚੀਜ਼ਾਂ ਅਸੀਂ ਜਲਦੀ ਦੱਸਾਂਗੇ। ਸਤਿ ਸ਼੍ਰੀ ਅਕਾਲ ਜੀ। ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਪਹੁੰਚੇ ਤੇ ਹੌਲੀ ਹੌਲੀ ਮੈਂ ਕੱਲੇ ਐਕਟ ਨੂੰ ਲੈ ਕੇ ਆਵਾਂਗੀ ਤੇ ਕੱਲੇ ਐਕਟ ਦੀ ਕੱਲੀ ਧਾਰਾ ਚੰਗੇ ਤਰੀਕੇ ਨਾਲ ਤੁਹਾਨੂੰ ਸਮਝਾਵਾਂਗੀ ਤਾਂ ਕਿ ਅਸੀਂ ਆਪਣੇ ਲੋਕਾਂ ਤੱਕ ਇਸ ਚੀਜ਼ ਦਾ ਮੈਸੇਜ ਪਹੁੰਚਾ ਸਕੀਏ। ਸਤਿ ਸ਼੍ਰੀ ਅਕਾਲ ਜੀ। ਗੁਰਪਿਆਰਿਓ, ਅੰਤਤಃ ਇੱਕੋ ਹੀ ਗੱਲ ਕਹਾਂਗੇ ਕਿ ਪੰਜਾਬ ਦੀ ਨੌਜਵਾਨੀ ਤੋਂ ਹੁਣ ਬਹੁਤ ਉਮੀਦਾਂ ਜਾਗ ਉੱਠੀਆਂ ਨੇ। ਪੰਜਾਬ ਦੀ ਆਵਾਮ ਨੂੰ, ਪੰਜਾਬ ਦੇ ਕਿਸਾਨਾਂ ਨੂੰ ਬੇਸ਼ੱਕ ਅਕਾਲੀ ਦਲ 3 ਤਖਤਾਂ ਤੋਂ ਆਪਣਾ ਮਾਰਚ ਕੱਢ ਕੇ ਸਾਬਿਤ ਕਰਨਾ ਚਾਹੁੰਦਾ ਹੋਵੇ ਦਿੱਲੀ ਨੂੰ, ਚੰਡੀਗੜ੍ਹ ਪਹੁੰਚ ਕੇ ਕਿ ਉਹਨਾਂ ਦੇ ਵਿੱਚ ਬਹੁਤ ਜੋਸ਼ ਹੈ, ਉਹਨਾਂ ਦੇ ਨਾਲ ਬਹੁਤ ਲੋਕੀ ਜੁੜੇ ਹੋਏ ਨੇ, ਪਰ ਇਹ ਉਹੀ ਕਤੀੜ ਹੈ ਅਕਾਲੀ ਦਲ ਬਾਦਲ ਨਾਲ ਜੁੜੀ ਹੋਈ ਜਿਨ੍ਹਾਂ ਨੇ ਇਹਨਾਂ ਦੇ ਰਾਜ ਵੇਲੇ ਮਲਾਈਆਂ ਖਾਧੀਆਂ ਨੇ। ਫਿਰ ਚਾਹੇ ਉਹ ਪੰਚ ਹੋਣ ਜਾਂ ਸਰਪੰਚ ਹੋਣ ਜਾਂ MC ਹੋਣ ਜਾਂ MLA ਮਿਨਿਸਟਰ। ਤੇ ਹਾਲ ਕਾਂਗਰਸ ਦਾ ਵੀ ਇਸ ਤੋਂ ਕੋਈ ਵੱਖਰਾ ਨਹੀਂ ਹੈ। ਕਾਂਗਰਸ ਨੇ ਵੀ ਦਹਾਕਿਆਂ ਦੇ ਦਹਾਕੇ ਪੰਜਾਬ ਦੀ ਸੱਤਾ ਦਾ ਸੁੱਖ ਭੋਗਿਆ ਪਰ ਪੰਜਾਬ ਨੂੰ ਦਿੱਤਾ ਕੀ, ਕੱਖ ਵੀ ਨਹੀਂ। ਹੁਣ ਪੰਜਾਬ ਦੀ ਆਵਾਮ ਤੈਅ ਕਰੇ ਆਗਾਮੀ 2022 ਦੀਆਂ ਚੋਣਾਂ ਵਿੱਚ ਇਹਨਾਂ ਰਵਾਇਤੀ ਪਾਰਟੀਆਂ ਨੂੰ ਖੂੰਜੇ ਲਾ ਕੇ ਕਿਹੜੀ ਤੀਜੀ ਚੰਗੀ ਸਾਫ਼ ਸੁਥਰੀ ਧਿਰ ਨੂੰ ਬਹੁਮਤ ਦੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਕਰਵਾਉਣਾ ਹੈ ਤਾਂ ਜੋ ਪੰਜਾਬ ਦੀ ਪੰਜਾਬੀਅਤ ਬਚਾਈ ਜਾ ਸਕੇ, ਜਵਾਨੀ ਕਿਸਾਨੀ ਬਚਾਈ ਜਾ ਸਕੇ, ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ, ਬੇਅਦਬੀਆਂ ਦੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾ ਸਕੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।